ਲੋਕਾਂ 'ਚ ਇੱਕ ਗੱਲ ਚਲੀ ਗਈ ਕਿ ਇਹ ਸੁਪਨਿਆਂ ਦੇ ਸੌਦਾਗਰ ਸੀ। ਇਹਨਾਂ ਝੂਠ ਵੇਚੇ, ਇਹਨਾਂ ਸੱਤਾ ਹਾਸਲ ਕਰਨ ਦੇ ਲਈ ਉਹ ਝੂਠ ਵੇਲੇ ਬੋਲੇ ਜਿਨ੍ਹਾਂ ਨੇ ਵੰਡੀਆਂ ਪਾਤੀਆਂ ਪੰਜਾਬ 'ਚ। ਅਸਲ ਗੱਲ ਇਹ ਸੀ, ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ, ਪਿਛਲੇ 1 ਸਾਲ ਤੋਂ ਕਹਿੰਦਾ ਰਿਹਾ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ ਹੋਣੀ ਚਾਹੀਦੀ ਹੈ, ਤਾਂ ਸੁਪਨੇ ਸਾਕਾਰ ਹੁੰਦੇ ਆ। ਤੇ ਅੱਜ ਨਾ ਸਿਰਫ ਲੋਕਾਂ ਦੇ ਸੁਪਨੇ ਟੁੱਟੇ ਆ, ਪਰ ਉਮੀਦ ਵੀ ਟੁੱਟੀ ਹੈ। ਔਰ ਜੋ ਅੱਜ ਤੱਕ ਪੰਜਾਬ 'ਚ ਕਦੇ ਨਹੀਂ ਹੋਇਆ, ਵੰਡ ਪੈ ਗਈ ਹੈ। ਜਦੋਂ ਅਨਾਉਂਸਮੈਂਟ ਕੀਤੀ ਸੀ ਬਿਜਲੀ ਦੀ, ਇਹ ਨਹੀਂ ਸੀ ਕਿਹਾ ਕਿ ਕਿਸੇ ਇੱਕ ਵਰਗ ਨੂੰ ਅਸੀਂ ਦੇਵਾਂਗੇ, ਸਾਰਿਆਂ ਨੂੰ ਦੇਣ ਦਾ ਵਚਨ ਦਿੱਤਾ ਸੀ। ਤੇ ਅੱਜ ਪਹਿਲਾਂ ਤਾਂ ਜਨਰਲ ਕੈਟਾਗਰੀ ਤੋਂ ਮੁੱਕਰੇ, ਤੇ ਫਿਰ ਸਾਡੇ ਭਾਈਚਾਰੇ, ਐਸਸੀ ਭਾਈਚਾਰੇ, ਐਸਟੀ ਭਾਈਚਾਰੇ, ਉਹਨਾਂ ਦੇ ਲਈ ਵੀ 1 ਕਿਲੋਵਾਟ ਤੇ ਉਤਰਿਆ। ਇਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਕੋਲ ਸਾਧਨ ਨਹੀਂ ਹੈ। ਔਰ ਮੈਂ 1.5 ਸਾਲ ਦਾ ਕਹਿੰਦਾ ਆਇਆ ਕਿ ਭਾਈ ਲਾਅ ਐਂਡ ਆਰਡਰ ਨੂੰ ਛੱਡ ਕੇ ਪੰਜਾਬ ਦੇ ਹਰ ਪੱਖ ਦੇ ਮਸਲੇ ਦਾ ਹੱਲ ਇਨਕਮ ਹੈ, ਉਹ ਨਹੀਂ ਜਨਰੇਟ ਹੋ ਰਹੀ। PSPCL 17,000 ਕਰੋੜ ਰੁਪਏ ਦਾ ਬੈਂਕਾਂ ਤੋਂ ਕਰਜ਼ਾ ਲਈ ਬੈਠੀ ਹੈ। 20,000 ਕਰੋੜ ਦੀ ਸਰਕਾਰ ਦੀ ਦੇਣਦਾਰੀ ਹੈ। ਤਨਖਾਹ ਉਹਨਾਂ ਨੇ 500 ਕਰੋੜ ਰੁਪਈਆ ਕਰਜ਼ਾ ਲੈ ਕੇ ਦਿੱਤੀ ਹੈ। ਤੇ ਵੱਡੇ ਵੱਡੇ ਬਾਂਸ ਦੀ ਤਰ੍ਹਾਂ ਲੰਬੇ ਉੱਚੇ ਵਾਅਦੇ ਅੰਦਰੋਂ ਖੋਖਲੇ ਕਰਨ ਦੀ ਕੀ ਲੋੜ ਸੀ? ਪੰਜਾਬ ਦੀ ਵਿੱਤੀ ਸਥਿਤੀ ਸਰ ਦੇਸ਼ 'ਚ ਸਭ ਤੋਂ ਮਾੜੀ ਹੈ। ਮੈਨੂੰ ਬੜਾ ਦੁੱਖ ਹੁੰਦਾ, ਦੁਰਭਾਗਪੂਰਨ ਹੈ ਕਿ ਸਾਡੀ ਸਾਰੇ ਪੰਜਾਬੀਆਂ ਦੀ ਜਿਹੜੀ ਇਨਕਮ ਹੈ ਉਹਦਾ 55% ਹਿੱਸਾ ਕਰਜ਼ਿਆਂ 'ਚ ਜਾ ਰਿਹਾ। 85% ਪੰਜਾਬ ਦਾ ਜਿਹੜਾ ਬਜਟ ਹੈ ਉਹ ਜਾਂ ਤੇ ਤਨਖਾਹਾਂ 'ਚ, ਪੈਨਸ਼ਨਾਂ 'ਚ, ਜਾਂ ਕਰਜ਼ਾ ਲੈਣ ਤੇ ਮੋੜਨ 'ਚ ਜਾ ਰਿਹਾ। ਇਸ ਕਰਕੇ ਇਹ ਬੜੇ ਸੰਜੀਦਗੀ ਵਾਲੇ ਮੁੱਦੇ ਨੇ। ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ। ਬਿਜਲੀ ਦੇ ਉੱਤੇ ਇੱਕ ਹੋਰ ਗੱਲ ਕਹਿ ਦਿਆਂ ਕਿ ਅੱਜ 8,000 ਮੈਗਾਵਾਟ ਡਿਮਾਂਡ ਹੈ ਤੇ ਸਰਕਾਰ ਦਾ ਬੈਂਡ ਵਜਿਆ ਪਿਆ, ਬਾਂਹ ਹੋਈ ਪਈ ਹੈ। ਥਰਮਲ ਪਲਾਂਟ ਸ਼ਟ ਹੋ ਰਹੇ ਹੈ। ਕੋਲਾ 30 ਦਿਨਾਂ ਦਾ ਚਾਹੀਦਾ, ਮੈਂਡੇਟਰੀ 8-8, 10-10 ਦਿਨਾਂ ਦਾ ਰਹਿ ਗਿਆ। ਤੇ ਤੁਸੀਂ ਅੰਦਾਜ਼ਾ ਲਾ ਲਓ ਜੇ ਟ੍ਰੇਲਰ ਇਹੋ ਜਿਹਾ ਚੱਲਿਆ ਤੇ ਫਿਲਮ ਕਹੇ ਜੀ ਹੋਊਗੀ। ਜਦੋਂ 15,000 ਮੈਗਾਵਾਟ ਡਿਮਾਂਡ ਆਈ, 15,000 ਮੈਗਾਵਾਟ ਡਿਮਾਂਡ ਆਈ ਔਰ 1.5 ਮਹੀਨੇ 'ਚ ਆਉਣੀ ਹੈ, ਤੇ ਕਿਵੇਂ ਪੂਰੀ ਹੋਣੀ ਹੈ? ਜਦੋਂ ਸਾਡੀ ਸਰਕਾਰ ਸੀ, ਮੈਂ ਉਦੋਂ ਚੰਨੀ ਸਰਕਾਰ ਨੇ ਟੈਰਿਫ ਆਰਡਰ ਇਸ਼ੂ ਕੀਤਾ ਸੀ ਪਬਲਿਕ ਇੰਟਰਸਟ ਦੇ ਵਿੱਚ, ਬਿਜਲੀ ਸਸਤੀ ਕੀਤੀ ਸੀ, ਸਮਝੇ ਨਹੀਂ? ਲੇਕਿਨ ਆਹ ਕੁਛ ਨਹੀਂ ਸੀ। ਇਹ ਪਹਿਲਾ ਪੱਖ ਦਾ ਮਸਲਾ। ਪਾਵਰ ਕੱਟ ਅੱਜ ਦੀ ਡੇਟ ਦੇ ਵਿੱਚ ਤੁਸੀਂ ਪਿੰਡਾਂ 'ਚ ਦੇਖੋ 2 ਘੰਟੇ ਬਿਜਲੀ ਆਉਂਦੀ ਹੈ, ਤੇ ਤੁਸੀਂ ਸੋਚੋ ਲੋਕ ਚੀਕਾਂ ਮਾਰਦੇ ਆ, ਹਾਏ ਦੁਹਾਈ ਪਈ ਹੈ। ਤੇ ਸੋਚੋ ਤੁਸੀਂ ਕਿ ਜਦੋਂ ਇਹੀ 16,000 ਮੈਗਾਵਾਟ ਹੋਈ ਤੇ ਤਰਾਹੀਮਾਮ ਹੋਊ ਪੰਜਾਬ 'ਚ। ਇਸ ਕਰਕੇ ਉਹਨਾਂ ਨੂੰ ਕਿਹਾ ਕਿ ਜੀ ਇਤਿਆਦ ਲੈਣ ਦੀ ਲੋੜ ਹੈ। ਬੈਟਰ ਪ੍ਰੀਵੈਂਟ ਐਂਡ ਪ੍ਰੀਪੇਅਰ ਰਾਦਰ ਦੈਨ ਰਿਪੈਂਟ ਐਂਡ ਰਿਪੇਅਰ। ਵੀ ਸੀਮ ਟੂ ਬੀ ਰਿਪੈਂਟਿੰਗ ਐਂਡ ਰਿਪੇਅਰਿੰਗ। ਇਹ ਸੁਪਨੇ ਸਾਕਾਰ ਕਰਨ ਦੇ ਲਈ ਸਾਧਨਾਂ ਦੀ ਜ਼ੋਰ ਸੀ। ਤੁਸੀਂ ਝੂਠ ਵੇਚਿਆ, ਤੁਸੀਂ ਸੁਪਨੇ ਵੇਚੇ, ਲੇਕਿਨ ਸਾਕਾਰ ਕਰਨ ਦੇ ਸਾਧਨ ਤੁਹਾਡੇ ਕੋਲ ਹੈ ਨਹੀਂ। ਨੰਬਰ 2, ਐਤਕੀ ਯੂਕਰੇਨ ਔਰ ਰਸ਼ੀਆ ਦੀ ਜੰਗ ਦੇ ਕਰਕੇ ਕਣਕ ਦੀ ਬਹੁਤ ਜ਼ਿਆਦਾ ਘਾਟ ਹੈ। ਉਹਦੇ ਕਰਕੇ ਪ੍ਰਾਈਸਿਸ ਹੈਵ ਸ਼ਾਟ ਅਪ। 3500 ਤੋਂ 4,000 ਨੂੰ ਕਣਕ ਵਿਕਦੀ ਹੈ। ਰਿਸਕ ਫੈਕਟਰ ਸਾਰੇ ਕਿਸਾਨ ਝੇਲਦਾ ਹੈ। MSP ਉਹਦੀ 9% ਵਧਾਈ ਹੈ, ਤੇ ਪੈਟਰੋਲ ਡੀਜ਼ਲ 100%, ਪੈਸਟੀਸਾਈਡ 100%। DAP ਦੀ ਖਾਦ ਮੇਰੇ ਕੋਲ ਕਿਸਾਨ ਆਏ ਸੀ, ਉਹ ਕਹਿੰਦੇ ਮਹਾਰਾਜ ਲਿਫਾਫੇ ਹੀ ਅਸਲੀ ਨੇ, ਅੰਦਰ ਕੱਖ ਨਹੀਂ। ਝਾੜ 20 ਤੋਂ 50% ਘਟ ਗਿਆ।
ਤੇ ਜੇ ਦੁੱਖਾਂ ਦੇ ਹਿੱਸੇਦਾਰ ਨੇ ਕਿਸਾਨ ਔਰ ਹਰ ਰਿਸਕ ਨੂੰ ਝੇਲਦੇ ਆ, ਭਾਵੇਂ ਉਹ ਬੀਜਾਂ ਦਾ ਰਿਸਕ ਹੋਵੇ, ਮੌਸਮ ਦਾ ਰਿਸਕ ਹੋਵੇ, ਅੱਗਾਂ ਲੱਗਣ ਦਾ ਰਿਸਕ ਹੋਵੇ। ਮੈਨੂੰ ਲੱਗਦਾ 1000 ਏਕੜ ਤੇ ਅੱਗਾਂ 'ਚ ਫੁੱਗੀ ਹੈ। ਤੇ ਜੇ ਉਹ ਰਿਸਕ ਝੇਲਦੇ ਆ ਤੇ ਫਿਰ ਉਹਨਾਂ ਨੂੰ ਦੁੱਖਾਂ ਦਾ ਭਾਗੀਦਾਰ ਬਣਾਇਆ, ਤੇ ਅੱਜ ਹੁਣ ਸੁੱਖ ਦਾ ਵੇਲਾ ਆਇਆ ਤੇ ਇਹਦਾ ਵੀ ਭਾਗੀਦਾਰ ਬਣਾਓ ਨਾ, ਹਿੱਸੇਦਾਰ ਬਣਾਓ, ਸ਼ੇਅਰ ਹੋਲਡਰ ਬਣਾਓ। 500 ਰੁਪਏ ਬੋਨਸ ਦੀ ਮੰਗ ਕੀਤੀ ਹੈ ਸਾਹਿਬ, ਔਰ ਇਹ ਡਿਊ ਹੈ। ਜਦੋਂ ਤੁਸੀਂ 2000 ਕਮਾ ਰਹੇ ਹੋ ਤੇ 500 ਦੇਣਾ ਕੋਈ ਔਖਾ ਨਹੀਂ। ਤੁਸੀਂ ਤੇ ਮੈਕਸਿਮਮ ਸਪੋਰਟ ਪ੍ਰਾਈਸਾਂ ਦਿੱਤੀਆਂ ਨੇ ਇੱਕ ਦੋ ਬੰਦਿਆਂ ਨੂੰ, ਤੇ ਇਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਦਿਓ। ਤੀਜੀ ਚੀਜ਼, ਲਾਅ ਐਂਡ ਆਰਡਰ। ਵੈਸੇ ਤੇ ਮੈਂ ਸਭ ਤੋਂ ਪਹਿਲਾਂ ਗਵਰਨਰ ਸਾਹਿਬ ਨਾਲ ਰੇਜ਼ ਕੀਤਾ ਔਰ ਉਹਨਾਂ ਨੂੰ ਕਿਹਾ ਵੀ ਮੈਨੂੰ ਭਾਵੇਂ ਦਿੱਲੀ ਤੱਕ ਜਾਣਾ ਪਵੇ, ਆਈ ਵਿਲ ਡੈਫੀਨੇਟਲੀ ਗੋ। ਲੇਕਿਨ ਅਸੀਂ ਮੁੱਦਿਆਂ ਦੀ ਪਹਿਰੇਦਾਰੀ ਕਰਦੇ ਹੋਏ ਪਹਿਲ ਦੇ ਆਧਾਰ ਦੇ ਉੱਤੇ ਕਹਿੰਦੇ ਆ ਕਿ ਜਿੱਥੇ ਜਾਨ ਮਾਲ ਸੁਰੱਖਿਅਤ ਨਹੀਂ, ਮਾਲ ਤੋਂ ਮਤਲਬ ਬਿਜ਼ਨਸ, ਲੋਕ ਬਿਜ਼ਨਸ ਚਾਹੁੰਦੇ ਆ, ਲੋਕ ਮੌਲਾਂ ਦੇ ਗਾਹਕ ਚਾਹੁੰਦੇ ਆ, ਲੋਕ ਅਮਨ ਮਾਨ ਚਾਹੁੰਦੇ ਆ, ਤੇ ਜਿੱਥੇ ਜਾਨ ਮਾਲ ਦੀ ਰੱਖਿਆ ਨਾ ਹੋਵੇ, ਤੁਸੀਂ ਕਹਿੰਦੇ ਹੋ ਅੰਗਰੇਜ਼ਾਂ ਨੂੰ ਇੱਥੇ ਲਿਆਉਣਾ ਹੈ, ਤੁਸੀਂ ਕਹਿੰਦੇ ਨੌਜਵਾਨਾਂ ਨੂੰ ਇੱਥੋਂ ਜਾਣ ਤੋਂ ਰੋਕਣਾ। ਮੈਂ ਕਹਿੰਦਾ ਜਿਹੜੇ 3 ਕਰੋੜ ਪੰਜਾਬੀ ਇੱਥੇ ਆ ਉਹ ਭੱਜ ਜਾਣਗੇ, ਉਹ ਕਿੱਦਾਂ ਰਹਿਣਗੇ ਭਾਈ? ਜਿੱਥੇ ਜਾਨ ਮਾਲ ਮਹਿਫੂਜ਼ ਨਹੀਂ, 40 ਬੰਦੇ ਮਰ ਗਏ। ਹਾਂਜੀ, ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੀਆਂ ਠੰਡੀਆਂ ਛਾਵਾਂ। ਇਹਨਾਂ ਨੂੰ ਪੰਜਾਬ ਦੀ ਫਿਕਰ ਹੈ? ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼, ਗੁਜਰਾਤ, ਕਿਹਨਾਂ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਪੰਜਾਬ ਦੇ ਪੈਸੇ, ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਇਸ਼ਤਿਹਾਰਾਂ ਦੇ ਵਿੱਚ ਲਾ ਕੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਲਾ ਦੇਣ? देयर हैव टू बी प्रायोरिटी एरियाज, और वो प्रायोरिटी ਜਿਹੜੀ ਹੈਗੀ ਹੈ ਜਾਨ ਮਾਲ, ਪੰਜਾਬ ਦੀ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲਣਾ। ਰਬੜ ਦਾ ਗੁੱਡਾ ਬਣਿਆ ਪਿਆ ਮੁੱਖ ਮੰਤਰੀ, ਚਾਬੀ ਦੇ ਕੇ ਛੱਡ ਦਿੰਦੇ ਆ। ਕੱਢੇ ਆਵਾਜ਼, ਹੁਣ ਮੈਂ ਨਾਲ ਖੜੂ। ਪੁਲਿਸ ਦੀ ਪੋਲਿਟਿਸਾਈਜੇਸ਼ਨ, ਇੱਥੇ ਲੋਕੀ ਮਰ ਰਹੇ ਆ, ਤਰਾਹੀਮਾਮ ਹੋ ਰਹੀ ਹੈ। ਕਦੇ 25 ਬੰਦੇ ਆ ਕੇ ਤਾੜ ਗੋਲੀਆਂ ਚਲਾ ਜਾਂਦੇ ਆ, ਕਦੇ ਹੋਟਲ ਦੇ ਮਾਲਕ ਕਿਸੇ ਨੂੰ ਮਾਰਤਾ, ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਤੇ ਕਬਜ਼ੇ, ਕਿਤੇ ਫਰੌਤੀ। ਤੇ ਪੰਜਾਬ ਦੀ ਪੁਲਿਸ ਜਿਹੜੇ ਕੇਜਰੀਵਾਲ ਸਾਹਿਬ ਦੇ ਖਿਲਾਫ ਸੱਚ ਦੀ ਆਵਾਜ਼ ਚੱਕ ਰਹੇ, ਉਹਨਾਂ ਦੇ ਪਰਚੇ ਦੇ ਰਹੇ। ਮਹਾਰਾਜ, ਇਹ ਪੰਜਾਬ ਹੈ, ਇੱਥੇ ਹਾਲਾਤ ਬਿਲਕੁਲ ਵਿਪਰੀਤ ਨੇ, ਇਹ ਦਿੱਲੀ ਨਹੀਂ। ਤੇ ਜੇ ਕੋਈ ਗੱਲ ਤਾਰੀਫ ਕਰਨ ਵਾਲੀ ਆ, ਉਹ ਪੰਜਾਬ ਮਾਡਲ ਵਾਲੀ ਆ। ਮੈਂ ਪਹਿਲਾਂ ਕਹਿੰਦਾ ਸੀ ਤੇ ਦਿੱਲੀ ਮਾਡਲ ਨਹੀਂ ਚੱਲਣਾ। ਦਿੱਲੀ ਦਾ 35,000 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਖਰਚਦੀ ਹੈ, 9,000 ਕਰੋੜ ਪੁਲਿਸ ਤੇ ਖਰਚਦੀ ਹੈ, 9,000 ਕਰੋੜ NDMC ਤੇ ਖਰਚਦੀ ਹੈ, 3-4 ਹਜ਼ਾਰ ਕਰੋੜ ਰੁਪਈਆ ਯੂਨੀਵਰਸਿਟੀਆਂ ਤੇ ਖਰਚਦੀ ਹੈ। ਇੱਥੇ ਸੌਫਟ ਲੋਨ ਮਿਲਾ ਕੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਤੇ ਕੱਢੋ ਹੁਣ 20,000 ਕਰੋੜ ਰੁਪਈਆ ਰੇਤੇ ਚੋਂ। ਮਿੱਤਰ ਪਿਆਰੇ, 85% ਤੇ ਸੈਟ ਫਿਕਸਡ ਜਿਹੜੀਆਂ ਪੇਮੈਂਟਾਂ ਜਾਂਦੀਆਂ ਨੇ, ਪੈਨਸ਼ਨਾਂ ਦੀਆਂ, ਤਨਖਾਹਾਂ ਦੀਆਂ, ਕਰਜ਼ਾ ਲੈਣ ਦੀਆਂ ਤੇ ਬੋਰੋਇੰਗਸ ਦੀਆਂ, ਤੇ 30,000 ਕਰੋੜ ਕਿੱਥੋਂ ਕੱਢਣਾ ਹੈ? ਕਮਿਸ਼ਨਾਂ ਚੋਂ। ਝੂਠ ਤੇ ਝੂਠ, ਝੂਠ ਤੇ ਝੂਠ। ਮੈਂ ਅੱਜ ਵੀ ਕਹਿਣਾ ਕਿ ਤੁਸੀਂ ਕਿਸੇ ਔਰਤ ਨੂੰ, ਪੰਜਾਬ ਪੁਲਿਸ ਨੂੰ ਪੋਲਿਟਿਸਾਈਜ਼ ਕਰਕੇ, ਪੁਲਿਸ ਦਾ ਕੀ ਕਸੂਰ ਹੈ? ਐਫੀਸ਼ੀਐਂਟ ਪੁਲਿਸ ਹੈ ਪੰਜਾਬ ਦੀ, ਮਜਬੂਰੀ 'ਚ ਕਰਦੇ ਆ, ਕਿਉਂਕਿ ਤੁਸੀਂ ਪੋਲਿਟਿਸਾਈਜੇਸ਼ਨ ਕਰਤੀ ਆਪਣੇ ਸਵਾਰਥਾਂ ਦੀ, ਲਾਅ ਐਂਡ ਆਰਡਰ ਦੀ ਨਹੀਂ, ਆਪਣੇ ਸਵਾਰਥਾਂ ਦੇ ਲਈ ਤੁਸੀਂ ਪੁਲਿਸ ਵਰਤ ਰਹੇ ਹੋ। ਇਹ ਬੜੇ ਗੰਭੀਰ ਮੁੱਦੇ ਨੇ। ਪੱਲੇ ਨਹੀਂ ਧੇਲਾ ਕਰਦੀ ਮੇਲਾ ਚਾਦਰ ਦੇਖ ਕੇ ਪੈਰ ਪਸਾਰਨੇ ਸੀ। ਕੀ ਲੋੜ ਸੀ ਇਹਨਾਂ ਫਾਇਦਿਆਂ ਦੀ? ਬਦਲਾਵ ਹੈ ਜਾਂ ਬਦਲਾ ਹੈ? ਵੰਡੇਟਾ ਪੋਲਿਟਿਕਸ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੀ ਅਣਖ ਦੀ ਲੜਾਈ ਹੈ ਸਾਹਿਬ। ਪੰਜਾਬ ਦਾ ਮੁੱਖ ਮੰਤਰੀ ਅਣਖੀਲਾ ਚਾਹੀਦਾ ਹੈ, ਤਾਰਾਂ ਨਾਲ ਨਹੀਂ ਹਿਲ ਸਕਦਾ। ਤੇ ਅਖੀਰ 'ਚ ਮੈਂ ਕਹਿਣਾ ਚਾਹੁੰਦਾ ਕਿ ਗੇਮ ਕੋਈ ਖੇਡਦਾ, ਨੱਚਦਾ ਕੋਈ ਹੈ ਤੇ ਬੋਲਦਾ ਕੋਈ ਹੈ। ਤੇ ਜਿਹੜਾ ਗੇਮ ਖੇਡਣ ਵਾਲਾ ਦਿੱਲੀ ਬੈਠਾ, ਦੀ ਮੈਸਕਰੇਡਰ,
ਉਹਦੇ ਮੁਖੌਟੇ ਉਤਰ ਰਹੇ ਨੇ। ਤੁਹਾਨੂੰ ਲੱਗਦਾ ਸੁਸ਼ੀਲ ਗੁਪਤੇ 'ਚ ਇੰਨਾ ਦਮ ਸੀ? ਕਿਸ ਅਥਾਰਟੀ ਨਾਲ ਇਹ ਜੀ ਸਟੇਟਮੈਂਟ ਦਿੱਤੀ ਹੈ ਜੀ? ਇਹ ਉਹ ਨਹੀਂ ਬੋਲਦਾ, ਉਹ 'ਚ ਕੇਜਰੀਵਾਲ ਬੋਲਦਾ। ਕੇਜਰੀਵਾਲ ਬੋਲਦਾ ਉਹਦੇ 'ਚ, ਇੱਕ ਬੂੰਦ ਪਾਣੀ ਨਹੀਂ ਦੇਵਾਂਗੇ। ਤੇ ਜੇ ਹੈ ਹਿੰਮਤ, ਪਾਣੀ ਛੱਡ ਕੇ ਵੇਖ, ਸਭ ਤੋਂ ਅੱਗੇ ਸਿੱਧੂ ਲੇਟੇਗਾ। ਡੁਬੋ ਹੈ ਦਮ ਤੇ ਕਰ ਕਲੀਅਰ ਸਟੈਂਡ। ਤੇਰਾ ਕੀ ਸਟੈਂਡ ਹੈ? ਕੋਟ ਕਿਲੇ ਵਾਂਗੂ ਰੰਗ ਬਦਲ ਜਾਂਦੇ ਹੋ। ਹਰਿਆਣੇ ਜਾਂਦੇ ਹੋ ਕੋਈ ਰੰਗ ਹੈ, ਦਿੱਲੀ ਜਾਂਦੇ ਹੋ ਕੋਈ ਰੰਗ ਹੈ, ਤੇ ਜਦੋਂ ਇੱਥੇ ਆਉਂਦੇ ਹੋ ਤੇ ਬੇਰੰਗ ਹੈ। ਹਾਂ, ਇਹ ਕੀ ਹੈ? ਦਿੱਲੀ ਤੱਕ ਜਾਵਾਂਗੇ, ਆਵਾਜ਼ ਉਠਾਵਾਂਗੇ, ਮੁੱਦਿਆਂ ਦੀ ਪਹਿਰੇਦਾਰੀ ਹੈ ਨਾ। ਪਹਿਲਾਂ ਕਦੇ ਅਹੁਦਿਆਂ ਦੀ ਇੱਛਾ ਸੀ ਨਾ, ਅੱਜ ਹੈ। ਲੇਕਿਨ ਪੰਜਾਬ ਦੇ ਖਿਲਾਫ, ਔਰ ਜ਼ਿੰਦਗੀ ਇੰਨੀ ਸੰਤੁਸ਼ਟ ਹੈ, ਸਾਰਾ ਕੁਝ ਅਚੀਵ, ਕੋਈ ਹਿਮਾਲੇ ਤੇ ਚੜ੍ਹ ਕੇ ਦੇਖ ਲਿਆ ਵੀ ਕੀ ਹੈ ਭਾਈ, ਇਦੋਂ ਉੱਚਾ ਕਿੱਥੇ ਚਲੇ ਜਾਗੇ। ਇਹ ਸੂਬਾ ਇਹਦੀ ਰੈਜ਼ਰੈਕਸ਼ਨ, ਇਹਦਾ ਉત્ਥਾਨ, ਟੂ ਗੈਟ ਇਟ ਬੈਕ ਟੂ ਇਟਸ ਪ੍ਰਿਸਟੀਨ ਗਲੋਰੀ, ਨੀਅਤ ਚਾਹੀਦੀ ਹੈ, ਨੀਅਤ, ਪੋਲੀਟੀਕਲ ਵਿਲ ਚਾਹੀਦੀ ਹੈ। ਇਹ ਇਲੈਕਸ਼ਨ ਕੰਪੇਨ ਨਹੀਂ ਹੈ, ਪਹਿਲੇ ਦਿਨ ਤੋਂ ਹੋਣਾ ਚਾਹੀਦਾ ਸੀਗਾ ਇਨਕਮ ਦਾ ਪ੍ਰਬੰਧ। ਇਹਨਾਂ ਦਾ ਇਲੈਕਸ਼ਨ ਕੰਪੇਨ ਬਣਾ ਲਈ ਸਾਹਿਬ। ਸੋ ਸੰਜੀਦਗੀ ਵਾਲੇ ਮੁੱਦੇ ਉਸੇ ਤਰ੍ਹਾਂ ਰੂਹਾਨੀ ਬਣਾ ਕੇ ਚੁੱਕੇ ਹੈ। ਗਵਰਨਰ ਸਾਹਿਬ ਨੇ ਅਸ਼ੋਰੈਂਸ ਦਿੱਤੀ ਹੈ, ਹੀ ਵਿਲ ਲੁੱਕ ਇਨਟੂ ਦ ਮੈਟਰ, ਤੇ ਦਿੱਲੀ ਤੱਕ ਆਵਾਜ਼ ਜਾਏਗੀ, ਔਰ ਦਿੱਲੀ ਤੱਕ ਫਰਿਆਦ ਜਾਏਗੀ, ਦਿੱਲੀ ਤੱਕ ਅੱਗੇ ਮੁਲਾਕਾਤਾਂ ਵੀ ਹੋਣਗੀਆਂ। ਵੇਖੋ ਇਸ਼ੂਜ਼ ਜਦੋਂ ਗੱਲਾਂ ਬਾਤਾਂ ਕਰੀਦੀਆਂ ਨੇ, ਮੁੱਢਲੇ ਇਸ਼ੂ ਫਾਈਨੈਂਸ਼ੀਅਲ ਪੋਜੀਸ਼ਨ, ਜਿਹੜੇ ਮੈਂ ਤੁਹਾਨੂੰ ਦੱਸੇ ਹੈ, ਬੋਨਸ, ਲਾਅ ਐਂਡ ਆਰਡਰ, ਇਹ ਜਿਹੜੇ ਮੁੱਦੇ ਨੇ। SYL ਸਿੱਧੂ ਸਾਹਿਬ ਇੱਕ ਕਹਿੰਦੇ ਨੇ ਵੀ ਜਿੱਦਾਂ ਹੁਣ ਪਰਚਾ ਅਲਕਾ ਲਾਂਬਾ ਜੀ ਤੇ ਹੋਇਆ ਹੈ, ਤੇ ਹੋਰ ਕਾਂਗਰਸੀ ਵੀ ਤਾਂ ਕੇਜਰੀਵਾਲ ਤੇ ਬੋਲੇ ਸੀ ਵੀ ਉਹਨਾਂ ਤੇ ਵੀ ਮਤਲਬ ਕੋਈ ਇਦਾਂ ਦਾ ਹੈ ਕਿ ਵਾਟ ਵਿਲ ਬੀ ਯੋਰ ਪਲਾਨ ਆਫ ਐਕਸ਼ਨ? ਦੇਖੋ ਇਹ ਜਿਹੜੀ ਪੋਲਿਟਿਕਸ ਆਫ ਹੇਟ ਹੈ, ਇਹ ਭੈ ਦੇਣ ਦੀ ਪੋਲਿਟਿਕਸ ਜਿਹੜੀ ਹੈ, ਇਹਨੂੰ ਕੋਈ ਐਪਰੀਸ਼ੀਏਟ ਨਹੀਂ ਕਰਦਾ। ਦਿਸ ਇਜ਼ ਰਿਪਲੇਸਿੰਗ ਦੀ ਪੋਲਿਟਿਕਸ ਆਫ ਹੋਪ। ਹੋਪ ਤੋਂ ਵੱਡੀ ਤੋਪ ਕੋਈ ਨਹੀਂ ਮਹਾਰਾਜ। ਆਸ ਉਮੀਦ ਟੁੱਟੀ ਜਾਂਦੀ ਹੈ, ਤੇ ਇੱਥੇ ਭੈ ਦੇ ਕੇ ਲੋਕਾਂ ਨੂੰ ਚੁੱਪ ਕਰਾਇਆ ਜਾ ਰਿਹਾ ਸੱਚ ਬੋਲਣ ਤੋਂ। ਤੇ ਸੱਚ ਕਿਤੇ ਦਬਦਾ ਹੈ, ਪ੍ਰਤਾੜਿਤ ਜ਼ਰੂਰ ਹੋ ਜਾਂਦਾ, ਪਰ ਪਰਾਜਿਤ ਨਹੀਂ ਹੁੰਦਾ। आपने सर एक लाइन कही है, लेकिन उसको थोड़ा सा और कर दीजिए। आपने कहा कि पुलिस एफिशिएंट है, लेकिन मजबूरी में क्या इसका बिल्कुल सिंपल सी बात है, पॉलिटिसाइज कर दिया पुलिस को, पॉलिटिसाइज कर दिया। अरे आप पुलिस की बात कर रहे हो, यहाँ हमारा मुख्यमंत्री, क्या बोलूं मैं? सिद्धू साहब कुमार पुलिस लाना ਹਾਲਾਤ ਕੱਲ ਆਪ ਜਾ ਰਹੇ ਪਾਰਟੀ ਦੇ ਕਾਊਂਟਰ ਮੈਂਬਰ ਰਹੇ ਨੇ ਕੁਮਾਰ ਵਿਸ਼ਵਾਸ, ਪਰ ਉਹਨਾਂ ਦੇ ਘਰ ਵੀ ਪੰਜਾਬ ਪੁਲਿਸ ਹੈ ਨਾ, ਉਹਨੂੰ ਕਿੱਦਾਂ ਦੇਖਦੇ ਹੋ? ਇਹਨੂੰ ਸਿਰਫ ਇੱਕੋ ਚੀਜ਼ ਨਾਲ ਦੇਖਦੇ ਆ ਵੀ ਸੱਚ ਦੀ ਆਵਾਜ਼ ਦੱਬਣੀ ਹੈ। सर 26 तारीख को ਸੱਚ ਦੀ ਆਵਾਜ਼ ਦੱਬਣੀ ਹੈ, ਸੱਚ ਨੂੰ ਖਤਮ ਕਰਨਾ ਹੈ, ਤੇ ਝੂਠ ਨੂੰ 200 ਵਾਰ ਬੋਲ ਕੇ ਉਹਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਨੀ। ਐਦਾਂ ਤੁਸੀਂ ਕਿਸੇ ਨੂੰ ਦੱਬ ਨਹੀਂ ਸਕਦੇ। ਲੋਕਤੰਤਰ ਦੇ ਵਿੱਚ ਕਮਜ਼ੋਰ ਲੋਕ ਤਾਂ ਦੱਬ ਜਾਂਦੇ ਆ, ਲੇਕਿਨ ਜਿਨ੍ਹਾਂ ਕੋਲ ਨੈਤਿਕਤਾ ਹੈ, ਜਿਨ੍ਹਾਂ ਕੋਲ ਮੋਰਲ ਅਥਾਰਟੀ ਹੈ, ਉਹ ਦਬਦੇ ਨਹੀਂ। ਮੈਂ ਮੈਡਮ ਹੁਣ ਲਾਸਟ ਤੁਹਾਨੂੰ ਜਵਾਬ ਦੇ ਰਿਹਾ, ਜਿੱਦਣ ਅਲਕਾ ਜੀ ਔਰ ਕੁਮਾਰ ਵਿਸ਼ਵਾਸ ਜੀ ਆਉਣਗੇ, ਥਾਣੇ ਨਾਲ ਜਾਵਾਂਗੇ ਜੀ। ਸਿੱਧੂ ਸਾਹਿਬ ਕੱਲ ਰਾਜਾ ਬਣਾਏਗੇ, ਥਾਣੇ ਨਾਲ ਜਾਵਾਂਗੇ ਜੀ। ਕੱਲ ਜਾਓਗੇ ਰਾਜਾ ਬਣਾਏਗੇ। ਬਾਬਾ ਫਤਿਹ ਖਾਨ ਪੰਜਾਬ ਦੇ ਨੰਬਰ 1 ਤਾਂਤਰਿਕ, ਬੰਗਾਲ ਤੋਂ ਸਿੱਧੀ ਪ੍ਰਾਪਤ, ਪੱਕਾ ਕੰਮ ਪੱਕਾ ਹੱਲ, 101% ਗਾਰੰਟੀ, ਅਸਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਪਨ, ਜਾਦੂ ਟੋਨਾ, ਲਵ ਮੈਰਿਜ, ਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਸੰਪਰਕ ਕਰੋ ਬਾਬਾ ਫਤਿਹ ਖਾਨ 99 500
386 35478। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।